हाँ जी बेटा जी, ਅੱਜ ਕੱਲ੍ਹ ਆਪਾਂ ਨੇ ਪਾਠ ਮੋਤੀ ਪੜ੍ਹਿਆ ਸੀ। ਇਸ ਪਾਠ ਦੇ ਵਿੱਚ ਆਪਾਂ ਨੇ ਪੜ੍ਹਿਆ ਸੀਗਾ ਕਿ ਲੇਖਕ ਆਪਣੇ ਬਚਪਨ ਦੀ ਘਟਨਾ ਨੂੰ ਕਹਾਣੀ ਦੇ ਰੂਪ ਵਿੱਚ ਸਾਡੇ ਸਾਹਮਣੇ ਬਿਆਨ ਕਰਦਾ ਹੈ। ਲੇਖਕ ਦੱਸਦਾ ਹੈ ਕਿ ਉਹ ਆਪਣੇ ਪਿਤਾ ਦੇ ਨਾਲ ਉਹਨਾਂ ਦੇ ਦੋਸਤ ਦੇ ਘਰ ਜਾਂਦਾ ਹੈ ਅਤੇ ਉੱਥੋਂ ਮੋਤੀ ਨਾਮ ਦਾ ਕੁੱਤਾ ਆਪਣੇ ਘਰ ਲੈ ਆਉਂਦਾ ਹੈ। ਮੋਤੀ ਲੇਖਕ ਦੇ ਘਰ ਆ ਕੇ ਬਹੁਤ ਉਦਾਸ ਹੋ ਜਾਂਦਾ ਹੈ ਅਤੇ ਕੁਝ ਵੀ ਖਾਂਦਾ ਪੀਂਦਾ ਨਹੀਂ। ਉਸਦੀ ਹਾਲਤ ਨੂੰ ਦੇਖ ਕੇ ਲੇਖਕ ਆਪਣੇ ਪਿਤਾ ਜੀ ਨੂੰ ਮੋਤੀ ਵਾਪਸ ਆਪਣੇ ਦੋਸਤ ਦੇ ਘਰ ਵਾਪਸ ਦੇਣ ਲਈ ਕਹਿੰਦਾ ਹੈ। ਆਪਾਂ ਇਸ ਤੋਂ ਅੱਗੇ ਅੱਜ ਪੜਾਂਗੇ ਕਿ ਕਿਸ ਤਰ੍ਹਾਂ ਮੋਤੀ ਬਾਅਦ ਦੇ ਵਿੱਚ ਉਹਨਾਂ ਦੀ ਫੈਮਿਲੀ ਦੇ ਵਿੱਚ ਰਚ ਵਿੱਚ ਜਾਂਦਾ ਹੈ ਤੇ ਉਹਨਾਂ ਦਾ ਹੀ ਇੱਕ ਪਰਿਵਾਰ ਦਾ ਮੈਂਬਰ ਬਣ ਜਾਂਦਾ ਹੈ। ਕੱਲ ਆਪਾਂ ਨੇ ਇੱਥੇ ਤੱਕ ਪੜ੍ਹਿਆ ਸੀ ਕਿ ਲੇਖਕ ਆਪਣੇ ਪਿਤਾ ਜੀ ਨੂੰ ਕੁੱਤਾ ਮੋੜ ਕੇ ਆਉਣ ਲਈ ਕਹਿ ਰਿਹਾ ਹੈ, ਪਰ ਪਿਤਾ ਜੀ ਨਾ ਮੰਨੇ, ਸਗੋਂ ਉਹ ਉੱਠ ਕੇ ਮੋਤੀ ਨੂੰ ਪਿਆਰ ਕਰਨ ਲੱਗ ਪਏ। ਮੋਤੀ ਪਿਤਾ ਜੀ ਦੇ ਹੱਥਾਂ ਨੂੰ ਚੱਟਣ ਲੱਗ ਪਿਆ। ਪਿਤਾ ਜੀ ਨੇ ਨੌਕਰਾਣੀ ਨੂੰ ਤਾਜ਼ਾ ਦੁੱਧ ਲਿਆਉਣ ਦਾ ਹੁਕਮ ਦਿੱਤਾ। ਜਦ ਪਿਤਾ ਜੀ ਨੇ ਮੋਤੀ ਨੂੰ ਦੁੱਧ ਪਿਲਾਇਆ ਤਾਂ ਉਹ ਅੱਧਾ ਚੱਦਾ ਪੀ ਗਿਆ। ਉਸ ਦਿਨ ਤੋਂ ਮੋਤੀ ਫੇਰ ਮੇਰੇ ਨਾਲ ਖੇਡਣ ਲੱਗ ਪਿਆ। ਹੌਲੀ ਹੌਲੀ ਉਸਦੀ ਸੰਗਲੀ ਖੋਲੀ ਜਾਣ ਲੱਗ ਪਈ ਤੇ ਉਹ ਘਰ ਦਾ ਵਿਸ਼ਵਾਸੀ ਬਣ ਗਿਆ। ਪਹਿਲਾਂ ਮੋਤੀ ਦਾ ਲੇਖਕ ਦੇ ਘਰ ਦਿਲ ਨਹੀਂ ਸੀ ਲੱਗਦਾ, ਕਿਉਂਕਿ ਕੋਈ ਵੀ ਪਰਿਵਾਰ ਦਾ ਮੈਂਬਰ ਉਸਨੂੰ ਨਾ ਹੀ ਪਿਆਰ ਕਰਦਾ ਸੀ ਤੇ ਨਾ ਹੀ ਬੁਲਾਉਂਦਾ ਸੀ। ਲੇਖਕ ਦੇ ਪਿਤਾ ਵੱਲੋਂ ਪਿਆਰ ਕਰਨ ਤੇ ਮੋਤੀ ਉਹਨਾਂ ਦੇ ਹੱਥ ਚੱਟਣ ਲੱਗ ਪਿਆ ਤੇ ਉਸਨੇ ਦੁੱਧ ਵੀ ਕਾਫੀ ਹੱਦ ਤੱਕ ਪੀ ਲਿਆ। ਅੱਧ ਚੱਦਾ ਮੀਨਸ ਅੱਧੇ ਤੋਂ ਥੋੜਾ ਜ਼ਿਆਦਾ। ਤੇ ਫਿਰ ਮੋਤੀ ਹੌਲੀ ਹੌਲੀ ਲੇਖਕ ਦੇ ਨਾਲ ਵੀ ਰਚ ਮਿਚ ਗਿਆ। ਪਹਿਲਾਂ ਜਿਸ ਮੋਤੀ ਦੀ ਸੰਗਲੀ ਸਾਰਾ ਦਿਨ ਵੱਜੀ ਰਹਿੰਦੀ ਸੀ, ਹੁਣ ਉਹ ਖੋਲ ਦਿੱਤੀ ਗਈ ਤੇ ਉਹ ਮੋਤੀ ਘਰ ਦਾ ਵਿਸ਼ਵਾਸੀ ਬਣ ਗਿਆ। ਜਦੋਂ ਕਦੇ ਉਹ ਮੇਰੇ ਸਕੂਲ ਜਾਣ ਦੇ ਸਮੇਂ ਖੁੱਲਾ ਹੁੰਦਾ, ਉਹ ਮੇਰੇ ਮਗਰ ਦੱਬੇ ਪੈਰੀ ਤੁਰ ਪੈਂਦਾ ਸੀ। ਅੰਡਰਲਾਈਨ ਕਰੋ, ਦੱਬੇ ਪੈਰੀ ਤੁਰਨਾ ਮੁਹਾਵਰਾ ਮੀਨਸ ਹੌਲੀ ਹੌਲੀ ਤੁਰਨਾ। ਹੁਣ ਇੱਥੇ ਬੇਟਾ ਜੀ ਲੇਖਕ ਆਪਣੇ ਸਕੂਲ ਦੀ ਘਟਨਾ ਨੂੰ ਬਿਆਨ ਕਰਦਾ ਆ ਕਿ ਜਦੋਂ ਕਦੇ ਲੇਖਕ ਸਕੂਲ ਜਾਂਦਾ ਸੀ ਤਾਂ ਕਿਸ ਤਰ੍ਹਾਂ ਮੋਤੀ ਵੀ ਉਹਦੇ ਪਿੱਛੇ ਉਹਦੇ ਸਕੂਲ ਚਲਾ ਜਾਂਦਾ ਸੀ। ਤੇ ਮੈਨੂੰ ਉਦੋਂ ਹੀ ਪਤਾ ਲੱਗਣ ਦਿੰਦਾ ਸੀ ਜਦੋਂ ਮੈਂ ਜਮਾਤ ਦੇ ਕਮਰੇ ਵਿੱਚ ਦਾਖਲ ਹੋਵਾਂ। ਮੇਰੇ ਜਮਾਤੀ ਨਿੱਕੇ ਜਿਹੇ ਕੁੱਤੇ ਨੂੰ ਦੇਖ ਕੇ ਬਹੁਤ ਖੁਸ਼ ਹੁੰਦੇ ਸਨ ਤੇ ਉਸ ਨਾਲ ਪਿਆਰ ਕਰਦੇ। ਜੇ ਉਹ ਕਿਸੇ ਦਾ ਮੂੰਹ ਚੱਟ ਲੈਂਦਾ ਸੀ ਤਾਂ ਉਸਨੂੰ ਨਲਕੇ ਤੇ ਮੂੰਹ ਧੋਣਾ ਪੈਂਦਾ ਸੀ। ਜੇਕਰ ਉਹ ਕਿਸੇ ਲੇਖਕ ਦੇ ਦੋਸਤ ਦਾ ਮੂੰਹ ਚੱਟ ਲੈਂਦਾ ਸੀ ਤਾਂ ਉਹ ਨਲਕੇ ਤੋਂ ਮੂੰਹ ਧੋ ਆਉਂਦਾ ਸੀ। ਗੇਂਦ ਨਾਲ ਖੇਡਦੇ ਮੁੰਡਿਆਂ ਦੀ ਗੇਂਦ ਮੂੰਹ ਵਿੱਚ ਪਾ ਕੇ ਨੱਸ ਉੱਠਦਾ ਤੇ ਗੇਂਦ ਮੇਰੇ ਹੱਥਾਂ ਵਿੱਚ ਫੜਾ ਕੇ ਹੀ ਸਾਹ ਲੈਂਦਾ। ਸਕੂਲ ਦੇ ਵਿੱਚ ਲੇਖਕ ਦੱਸਦਾ ਹੈ ਕਿ ਜਿਹੜੇ ਬੱਚੇ ਬਾਲ ਨਾਲ ਗੇਂਦ ਨਾਲ ਖੇਡਦੇ ਸੀ, ਮੋਤੀ ਉਹਨਾਂ ਦੀ ਬਾਲ ਚੁੱਕ ਕੇ ਬਹੁਤ ਤੇਜ਼ ਦੌੜਦਾ ਤੇ ਲੇਖਕ ਨੂੰ ਫੜਾ ਦਿੰਦਾ। ਇੱਕ ਦਿਨ ਸਾਡੇ ਮਾਸਟਰ ਜੀ ਕੁੱਤੇ ਨੂੰ ਜਮਾਤ ਵਿੱਚ ਦੇਖ ਕੇ ਬੜੇ ਗੁੱਸੇ ਵਿੱਚ ਆਏ ਤੇ ਉਸ ਨੂੰ ਰੂਲ ਲੈ ਕੇ ਮਾਰਨ ਦੌੜੇ। ਰੂਲ ਡੰਡਾ। ਮੋਤੀ ਕੋਈ ਉਹਨਾਂ ਦਾ ਵਿਦਿਆਰਥੀ ਥੋੜਾ ਸੀ ਜੋ ਉਹਨਾਂ ਦਾ ਰੋਹਬ ਝੱਲ ਲੈਂਦਾ। ਉਸਨੇ ਵੱਧ ਕੇ ਇੱਕ ਕੁਰਕੀ ਦਿਖਾਈ ਤੇ ਨਾਲ ਹੀ ਚਿੱਟੇ ਦੰਦ ਦਿਖਾਈ। ਜਦੋਂ ਆਪਾਂ ਕਿਸੇ ਕੁੱਤੇ ਨੂੰ ਛੇੜੀਏ ਜਾਂ ਮਾਰਨ ਦੀ ਕੋਸ਼ਿਸ਼ ਕਰੀਏ ਤਾਂ ਉਹ ਸਾਨੂੰ ਅੱਗੋਂ ਡਰਾਉਣ ਲਈ ਆਪਣੇ ਦੰਦ ਦਿਖਾਉਂਦਾ ਹੈ ਤੇ ਕੁਰਕੀ ਮਾਰਦਾ ਹੈ। ਇਸੇ ਤਰ੍ਹਾਂ ਹੀ ਮੋਤੀ ਨੇ ਵੀ ਮਾਸਟਰ ਜੀ ਨਾਲ ਕੀਤਾ। ਫਿਰ ਉਹ ਮੇਰੇ ਬੈਂਚ ਹੇਠਾਂ ਵੜ ਕੇ ਬੈਠ ਗਿਆ। ਤਾਂ ਇਹ ਤੇਰਾ ਕੁੱਤਾ ਹੈ। ਮਾਸਟਰ ਜੀ ਨੇ ਹਿੰਦੀ ਦੇ ਸ਼ਬਦਾਂ ਨੂੰ ਇਵੇਂ ਲਮਕਾਉਂਦਿਆਂ ਪੁੱਛਿਆ ਜਿਵੇਂ ਉਹ ਕੁੱਤੇ ਤੋਂ ਡਰਦੇ ਹੀ ਨਹੀਂ ਸਨ। ਅੰਡਰਲਾਈਨ ਕਰੋ, ਮਾਸਟਰ ਜੀ ਨੇ ਕਿਹੜੀ ਭਾਸ਼ਾ ਦੇ ਸ਼ਬਦਾਂ ਨੂੰ ਲਮਕਾਉਂਦਿਆਂ ਪੁੱਛਿਆ ਸੀ? ਹਿੰਦੀ ਭਾਸ਼ਾ ਦੇ। ਇਹ ਤੁਹਾਡੇ ਲਈ ਇੱਕ MCQ ਆ ਬੇਟਾ ਜੀ। ਮੈਂ ਡਰਦਿਆਂ ਡਰਦਿਆਂ ਮਾਸਟਰ ਜੀ ਨੂੰ ਕਿਹਾ, ਇਹ ਕੁੱਤਾ ਮੇਰਾ ਹੀ ਹੈ। ਉਹਨਾਂ ਉਸੇ ਵੇਲੇ ਹੁਕਮ ਦਿੱਤਾ ਕਿ ਮੈਂ ਮੋਤੀ ਨੂੰ ਘਰ ਛੱਡ ਕੇ ਆਵਾਂ। ਮੈਨੂੰ ਉਸ ਦਿਨ 1 ਘੰਟੇ ਦੀ ਛੁੱਟੀ ਮਿਲ ਗਈ। ਮੈਂ ਬੜਾ ਖੁਸ਼ ਸਾਂ, ਪਰ ਕੀ ਪਤਾ ਸੀ ਕਿ ਮਾਸਟਰ ਸਾਹਿਬ ਨੇ ਮੁੜਦਿਆਂ ਸਾਰ ਸੇਵੀਆਂ ਦਾ ਸਵਾਦ ਚਖਾਉਣਾ ਹੈ। ਇਹ ਮਾਸਟਰ ਜੀ ਚਪੇੜਾ ਮਾਰਨ ਨੂੰ ਸੇਵੀਆਂ ਦਾ ਸਵਾਦ ਆਖਦੇ ਸਨ। ਅੰਡਰਲਾਈਨ ਕਰੋ, ਮੁਹਾਵਰਾ ਹੈ ਸੇਵੀਆਂ ਦਾ ਸਵਾਦ। ਇਹਦਾ ਅਰਥ ਹੈ ਚਪੇੜਾਂ ਦੀ ਮਾਰ। ਮਤਲਬ ਕਿ ਜਦੋਂ ਕਿਸੇ ਬੱਚੇ ਨੂੰ ਚਪੇੜਾਂ ਪੈਂਦੀਆਂ ਸੀ ਜਾਂ ਮਾਰ ਪੈਂਦੀ ਸੀ ਤਾਂ ਉਹਨੂੰ ਇਹ ਕਿਹਾ ਜਾਂਦਾ ਸੀ ਕਿ ਤੈਨੂੰ ਸੇਵੀਆਂ ਦਾ ਸਵਾਦ ਮਿਲ ਚੁੱਕਾ ਹੈ।
घर जाके मैं चपेड़ां दी कहानी मां नूं सुनाई, पर माता जी नालों मैनू मोती बहुता गौर नाल सुनदा दिखाई दिंदा सी। गौर नाल, ध्यान नाल। मैं ਉਂਗਲ करके उस वाल इशारा करदिया कह ही रिहा सां, अच्छा बच्चू, मैनू मार पवाई। ਇਹ ਕਿ ਉਹ ਮੇਰੇ ਕੋਲ ਆ ਕੇ ਲੇਟ ਗਿਆ ਤੇ ਪੂਛ ਹਿਲਾ ਕੇ ਆਪਣੀ ਬੋਲੀ ਬੋਲਣ ਲੱਗ ਪਿਆ। ਖਬਰੇ ਉਹ ਮੈਨੂੰ ਕਹਿ ਰਿਹਾ ਹੋਵੇ ਕਿ ਦੋਸਤ, ਮਿੱਤਰ, ਆਪਣੇ ਵੰਡੇ ਦਾ ਮੈਨੂੰ ਮਾਰ ਲੈ। ਲੇਖਕ ਇੱਥੇ ਦੱਸਦਾ ਹੈ ਕਿ ਜਦੋਂ ਮੈਂ ਮੋਤੀ ਨੂੰ ਕਹਿ ਰਿਹਾ ਸੀ ਕਿ ਅੱਜ ਮੈਨੂੰ ਤੇਰੇ ਕਰਕੇ ਮਾਤ ਪੈ ਰਹੀ ਹੈ, ਤਾਂ ਉਹ ਪੂਛ ਹਿਲਾਉਂਦਾ ਹੋਇਆ ਮੇਰੇ ਕੋਲ ਆ ਗਿਆ। ਮੈਨੂੰ ਇਸ ਤਰ੍ਹਾਂ ਲੇਖਕ ਕਹਿੰਦਾ ਪ੍ਰਤੀਤ ਹੋਇਆ ਕਿ ਜਿਵੇਂ ਉਹ ਮੈਨੂੰ ਕਹਿ ਰਿਹਾ ਹੋਵੇ ਕਿ ਤੂੰ ਮੇਰੇ ਹਿੱਸੇ ਦੀ ਮਾਰ ਮੈਨੂੰ ਮਾਰ ਲੈ। ਉਸ ਤੋਂ ਮਗਰੋਂ ਉਸਨੇ ਸਕੂਲ ਜਾਣ ਦੀ ਇੱਕੋ ਵਾਰ ਕੋਸ਼ਿਸ਼ ਕੀਤੀ। ਮੈਨੂੰ ਉਦੋਂ ਹੀ ਪਤਾ ਲੱਗਾ ਜਦੋਂ ਅੱਧੀ ਛੁੱਟੀ ਵੇਲੇ ਮੈਂ ਬਾਹਰ ਨਿਕਲਿਆ, ਉਹ ਸਕੂਲ ਦੇ ਬੂਹੇ ਲਾਗੇ ਮੇਰੀ ਉਡੀਕ ਕਰ ਰਿਹਾ ਸੀ। ਮੈਂ ਗੁੱਸੇ ਵਿੱਚ ਆ ਕੇ ਕਿਹਾ, ਨੱਠ ਜਾ ਮੋਤੀ, ਨਹੀਂ ਤੇ ਮੈਂ ਮਾਰਾਂਗਾ। ਮੋਤੀ ਸੱਚੀ ਮੁੱਚੀ ਨੱਠ ਉੱਠ ਦੌੜਿਆ। ਇੱਥੇ ਲੇਖਕ ਦੱਸਦਾ ਆ ਕਿ ਇਸ ਘਟਨਾ ਤੋਂ ਬਾਅਦ ਦੁਬਾਰਾ ਮੋਤੀ ਸਿਰਫ ਇੱਕ ਵਾਰ ਹੋਰ ਲੇਖਕ ਦੇ ਸਕੂਲ ਹੀ ਗਿਆ ਸੀ, ਪਰ ਉੱਥੋਂ ਵੀ ਉਸਨੂੰ ਲੇਖਕ ਨੇ ਡਾਂਟ ਕੇ ਵਾਪਸ ਘਰ ਭਜਾ ਦਿੱਤਾ ਸੀ। ਮੈਨੂੰ ਬੜਾ ਅਫਸੋਸ ਲੱਗਾ, ਮਤੇ ਮੇਰਾ ਮਿੱਤਰ ਗੁਆਚ ਜਾਵੇ। ਲੇਖਕ ਦੱਸਦਾ ਕਿ ਉਸ ਟਾਈਮ ਮੈਨੂੰ ਬੜਾ ਪਛਤਾਵਾ ਹੋਇਆ ਕਿ ਮੈਂ ਉਹਨੂੰ ਡਾਂਟ ਕੇ ਭਜਾਤਾ ਦਿੱਤਾ ਆ, ਕਿਧਰੇ ਮੇਰਾ ਦੋਸਤ ਗੁਆਚ ਹੀ ਨਾ ਜਾਵੇ। ਸਕੂਲ ਦੀ ਟੱਲੀ ਵੱਜਣ ਵਾਲੀ ਸੀ। ਟੱਲੀ, ਘੰਟੀ। ਚਪੜਾਸੀ ਨੇ ਬਾਹਰਲਾ ਬੂਹਾ ਮਾਰ ਦਿੱਤਾ। ਮੇਰਾ ਖਿਆਲ ਮੋਤੀ ਵੱਲ ਹੀ ਲੱਗਾ ਰਿਹਾ। ਬੇਖਿਆਲੀ ਵਿੱਚ ਮੈਂ ਕਈ ਸ਼ਬਦਾਂ ਦੇ ਅਰਥ ਤੇ ਜੋੜ ਗਲਤ ਦੱਸ ਕੇ ਮਾਰ ਖਾਧੀ। ਸਾਰੀ ਛੁੱਟੀ ਮਗਰੋਂ ਜਦ ਮੈਂ ਆਪਣੇ ਘਰ ਦੀਆਂ ਪੌੜੀਆਂ ਚੜ੍ਹ ਰਿਹਾ ਸਾਂ, ਤਾਂ ਮੋਤੀ ਮੈਨੂੰ ਰਾਹ ਵਿੱਚ ਹੀ ਮਿਲਿਆ। ਮੇਰੇ ਕੋਲ ਕੋਠੇ ਤੇ ਆ ਗਿਆ। ਮੇਰੀ ਖੁਸ਼ੀ ਦੀ ਕੋਈ ਹੱਦ ਨਹੀਂ ਸੀ। ਕੁਝ ਲੱਭਾ ਹੈ? ਮਾਤਾ ਜੀ ਨੇ ਜਾਂਦਿਆਂ ਹੀ ਪੁੱਛਿਆ। ਲੇਖਕ ਫਿਰ ਦੱਸਦਾ ਹੈ ਕਿ ਮੋਤੀ ਦੀ ਚਿੰਤਾ ਵਿੱਚ ਜਦੋਂ ਉਹ ਘਰ ਪਹੁੰਚਿਆ ਤੇ ਉਹ ਰਸਤੇ ਵਿੱਚ ਹੀ ਉਸਨੂੰ ਮੋਤੀ ਮਿਲ ਗਿਆ। ਉਸ ਲੇਖਕ ਨੂੰ ਇਹ ਮੋਤੀ ਦੇਖ ਕੇ ਬਹੁਤ ਖੁਸ਼ੀ ਹੋਈ। ਉਸਦੀ ਖੁਸ਼ੀ ਨੂੰ ਦੇਖ ਕੇ ਲੇਖਕ ਦੀ ਮਾਤਾ ਨੇ ਉਸਨੂੰ ਪੁੱਛਿਆ ਕਿ ਬਹੁਤ ਖੁਸ਼ ਲੱਗ ਰਿਹਾ ਹੈ, ਜਿਵੇਂ ਤੈਨੂੰ ਕੁਝ ਲੱਭ ਗਿਆ ਹੋਵੇ। ਜਦੋਂ ਲੇਖਕ ਨੇ ਦੱਸਿਆ ਕਿ ਮੋਤੀ ਗੁਆਚ ਚੱਲਿਆ ਸੀ ਤਾਂ ਮੈਨੂੰ ਉਹ ਲੱਭ ਪਿਆ ਹੈ। ਫਿਰ ਉਸ ਲੇਖਕ ਦੀ ਮਾਤਾ ਜੀ ਨੇ ਦੱਸਿਆ ਕਿ ਉਹ ਤੇ ਸਾਰਾ ਦਿਨ ਰੱਸੀਆਂ ਨਾਲ ਖੇਡਦਾ ਰਿਹਾ। ਅੰਡਰਲਾਈਨ ਕਰੋ ਬੇਟਾ ਜੀ, ਰੱਸੀਆਂ। ਰੱਸੀਆ ਕੌਣ ਸੀ? ਲੇਖਕ ਦੇ ਘਰ ਕੰਮ ਕਰਨ ਵਾਲੀ ਨੌਕਰਾਨੀ। ਮਾਤਾ ਜੀ ਨੇ ਨੌਕਰਾਨੀ ਵੱਲ ਇਸ਼ਾਰਾ ਕਰਕੇ ਕਿਹਾ। ਉਸ ਵੇਲੇ ਮੈਨੂੰ ਕੁੱਤੇ ਦੇ ਇਸ ਡਬਲ ਰੋਲ ਦਾ ਪਤਾ ਨਾ ਲੱਗਾ। ਇੱਥੇ ਤੱਕ ਲੇਖਕ ਨੇ ਸਾਨੂੰ ਮੋਤੀ ਨਾਲ ਖੇਡਣ ਬਾਰੇ, ਆਪਣੇ ਸਕੂਲ ਜਾਣ ਬਾਰੇ, ਉਹਦੇ ਨਾਲ ਰਚਣ ਮਿਚਣ ਬਾਰੇ ਦੱਸਿਆ ਹੈ। ਮੋਤੀ ਵਿੱਚ ਬੜੇ ਗੁਣ ਸਨ। ਹੁਣ ਸਾਨੂੰ ਲੇਖਕ ਮੋਤੀ ਦੇ ਗੁਣਾਂ ਬਾਰੇ ਜਾਣਕਾਰੀ ਦੇ ਰਿਹਾ ਹੈ। ਘਰ ਦੀ ਰਾਖੀ ਕਰਦਾ ਸੀ, ਦੂਰ ਸੁੱਟੀ ਚੀਜ਼ ਚੁੱਕ ਲਿਆਉਂਦਾ ਸੀ, ਸਿਟ ਡਾਊਨ ਕਿਹਾ, ਅਗਲੇ ਦੋਵੇਂ ਪੰਜੇ ਚੁੱਕ ਕੰਗਾਰੂ ਵਾਂਗ ਬੈਠ ਜਾਂਦਾ ਸੀ। ਕੰਗਾਰੂ ਆਸਟ੍ਰੇਲੀਆ ਦੇਸ਼ ਦਾ ਇੱਕ ਜਾਨਵਰ, ਜਿਸ ਦੀ ਤੁਲਨਾ ਮੋਤੀ ਨਾਲ ਕੀਤੀ ਹੈ ਕਿ ਉਹ ਕਿਸੇ ਵਾਂਗ ਬੈਠ ਜਾਂਦਾ ਸੀ, ਕੰਗਾਰੂ ਵਾਂਗ। ਤੇ ਹਨੇਰੀਆਂ ਰਾਤਾਂ ਵਿੱਚ ਕਈ ਵਾਰੀ ਸੋਟੇ ਨਾਲ ਲਮਕਾਈਆਂ ਦੋ ਨਿੱਕੀਆਂ ਲਾਲਟੈਨਾਂ ਚੁੱਕ ਕੇ ਪਿਤਾ ਜੀ ਦੇ ਜੰਗਲੀ ਰਸਤਿਆਂ ਤੇ ਚਾਨਣ ਕਰਦਾ ਹੁੰਦਾ ਸੀ। ਉਹ ਲੇਖਕ ਇੱਥੇ ਉਹਦੀ ਇੱਕ ਹੋਰ ਖਾਸੀਅਤ ਦੱਸਦਾ ਆ ਕਿ ਮੋਤੀ ਜਦੋਂ ਲੇਖਕ ਦੇ ਪਿਤਾ ਜੀ ਰਾਤ ਨੂੰ ਜੰਗਲੀ ਰਸਤਿਆਂ ਵਿੱਚ ਜਾਂਦੇ ਹੁੰਦੇ ਸੀ, ਤਾਂ ਉਹ ਮੂੰਹ ਵਿੱਚ ਸੋਟੀ ਪਾ ਕੇ ਉਸਦੇ ਉੱਪਰ ਦੋ ਛੋਟੀਆਂ ਲਾਲਟੈਨਾਂ ਲਟਕਾ ਕੇ ਰਸਤੇ ਵਿੱਚ ਮੋਰੇ ਮੋਰੇ ਜਾਂਦਾ ਸੀ ਤੇ ਚਾਨਣ ਕਰਦਾ ਸੀ। ਪਿਤਾ ਜੀ ਉਸਦੀ ਕਦਰ ਉਦੋਂ ਤੋਂ ਹੋਰ ਵੀ ਬਹੁਤੀ ਕਰਨ ਲੱਗ ਪਏ ਜਦੋਂ ਉਸਨੇ ਉਹਨਾਂ ਦੀ ਜਾਨ ਬਚਾਈ। ਪਿਤਾ ਜੀ ਆਪਣੀ ਦਫ਼ਤਰ ਤੋਂ ਨਿਕਲ ਕੇ ਇੰਜੀਨੀਅਰ ਨਾਲ ਕਿਸੇ ਮਸ਼ੀਨ ਦੀ ਫਿਟਿੰਗ ਬਾਰੇ ਗੱਲਬਾਤ ਕਰ ਰਹੇ ਸਨ। ਮੋਤੀ ਨੇ ਜੋ ਉਹਨਾਂ ਨਾਲ ਅਚਾਨਕ ਕਿਹਾ ਹੋਇਆ ਸੀ, ਉਹਨਾਂ ਦੀ ਪਤਲੂਨ ਫੜ ਲਈ। ਤੇ ਲੇਖਕ ਦੱਸਦਾ ਕਿ ਇੱਕ ਦਿਨ ਕਿਸੇ ਕੰਮ ਦੇ ਸਿਲਸਿਲੇ ਵਿੱਚ ਲੇਖਕ ਦੇ ਪਿਤਾ ਜੀ ਗਏ ਹੋਏ ਸੀ, ਤਾਂ ਉਸ ਸਮੇਂ ਮੋਤੀ ਵੀ ਉਹਨਾਂ ਦੇ ਨਾਲ ਸੀ। ਅਚਾਨਕ ਮੋਤੀ ਉਹਨਾਂ ਦੀ ਪਤਲੂਨ, ਪੈਂਟ ਨੂੰ ਕੀ ਕਹਿੰਦੇ ਆ? ਪਤਲੂਨ, ਪੈਂਟ ਫੜ ਲਈ।
ਪਿਤਾ ਜੀ ਉਸ ਦਾ ਕੋਈ ਮਤਲਬ ਨਹੀਂ ਸਮਝਦੇ ਸਨ, ਪਰ ਮੋਤੀ ਉਹਨਾਂ ਦੀ ਪਤਲੂਨ ਫੜ ਕੇ ਖਿੱਚੀ ਜਾਂਦਾ ਸੀ। ਅਚਾਨਕ ਉਹਨਾਂ ਦੀ ਨਜ਼ਰ ਆਪਣੇ ਪੈਰਾਂ ਦੇ ਵਿਚਕਾਰ ਪਈ। ਦੋਹਾਂ ਬੂਟਾਂ ਦੇ ਵਿਚਕਾਰ ਇੱਕ ਕਰੁੰਡੀਆ ਗੁੱਛੀ ਹੋਇਆ ਬੈਠਾ ਸੀ। ਅਚਾਨਕ ਉਹਨਾਂ ਨੇ ਦੇਖਿਆ ਕਿ ਇੱਕ ਕਰੁੰਡੀਆ ਜ਼ਹਿਰੀਲਾ ਸੱਪ ਇਕੱਠਾ ਹੋਇਆ ਉਹਨਾਂ ਦੀਆਂ ਲੱਤਾਂ ਦੇ ਵਿਚਕਾਰ ਬੈਠਾ ਸੀ। ਪਿਤਾ ਜੀ ਛਾਲ ਮਾਰ ਕੇ ਲਾਂਬੇ ਹੋ ਗਏ ਤੇ ਮੋਤੀ ਉਸਨੂੰ ਦੇਖ ਕੇ ਭੌਂਕਣ ਲੱਗ ਗਿਆ। ਪਿਤਾ ਜੀ ਨੇ ਇੱਕ ਡਬਲ ਇੱਟ ਨਾਲ ਉਸਨੂੰ ਟਿਕਾਣੇ ਲਾ ਦਿੱਤਾ। ਬਾਅਦ ਵਿੱਚ ਲੇਖਕ ਦੇ ਪਿਤਾ ਜੀ ਨੇ ਉਸ ਸੱਪ ਨੂੰ 2 ਇੱਟਾਂ ਮਾਰ ਕੇ ਮਾਰ ਦਿੱਤਾ, ਖਤਮ ਕਰ ਦਿੱਤਾ। ਇਸ ਤਰ੍ਹਾਂ ਲੇਖਕ ਦੇ ਪਿਤਾ ਦੀ ਜਾਨ ਮੋਤੀ ਨੇ ਬਚਾਈ ਸੀ ਤੇ ਇਸ ਤੋਂ ਬਾਅਦ ਲੇਖਕ ਦੇ ਪਿਤਾ ਮੋਤੀ ਨੂੰ ਹੋਰ ਪਿਆਰ ਕਰਨ ਲੱਗ ਪਏ ਸਨ। ਮੋਤੀ ਛੁੱਟੀ ਵਾਲੇ ਦਿਨ ਮੇਰੇ ਨਾਲ ਰਾਜਗੰਜ ਜਾਇਆ ਕਰਦਾ ਸੀ। ਇੱਕ ਦਿਨ ਪਿਤਾ ਜੀ, ਮੈਂ ਤੇ ਮੋਤੀ ਅਗਨ ਬੋਟ ਵਿੱਚ ਬੈਠੇ ਸਾਂ। ਅੰਡਰਲਾਈਨ ਕਰੋ, ਬੋਟ ਦਾ ਨਾਮ ਕੀ ਸੀ? ਅਗਨ ਬੋਟ। ਜਹਾਜ਼ ਦੇ ਤੁਰਨ ਦਾ ਵਿਸਲ ਹੋ ਚੁੱਕਾ ਸੀ। ਜਹਾਜ਼ ਜੈਟੀ ਨਾਲੋਂ ਨਿਖਰ ਚੁੱਕਾ ਸੀ। ਜੈਟੀ ਉਹ ਕਿਨਾਰਾ ਹੁੰਦਾ ਹੈ ਜਿਸ ਕਿਨਾਰੇ ਤੇ ਸਾਰੇ ਹੀ ਜਹਾਜ਼ਾਂ ਨੂੰ ਖੜਾ ਕੀਤਾ ਜਾਂਦਾ ਤੇ ਸੰਗਲ ਦੇ ਨਾਲ ਬੰਨਿਆ ਜਾਂਦਾ ਹੈ। ਜਦੋਂ ਜਹਾਜ਼ ਚੱਲਣੇ ਸ਼ੁਰੂ ਹੁੰਦੇ ਆ ਤਾਂ ਉਸ ਕਿਨਾਰੇ ਤੋਂ ਵੱਖ ਹੋਣੇ ਸ਼ੁਰੂ ਹੋ ਜਾਂਦੀਆਂ। ਮੋਤੀ ਮੈਨੂੰ ਨਾ ਦਿਸਿਆ। ਅਚਾਨਕ ਉਹ ਮੈਨੂੰ ਜੈਟੀ ਤੇ ਦਿਸਿਆ। ਮੈਂ ਚੀਕ ਚਿਹਾੜਾ ਪਾ ਦਿੱਤਾ। ਪਿਤਾ ਜੀ ਛਾਲ ਮਾਰ ਕੇ ਜੈਟੀ ਤੇ ਚਲੇ ਗਏ। ਮੋਤੀ ਨੂੰ ਗਲੋਂ ਫੜ ਕੇ ਕੱਛ ਵਿੱਚ ਦੇ ਲਿਆ। ਉਸ ਦਿਨ ਪਿਤਾ ਜੀ ਨੇ ਉਹ ਕਾਰਨਾਮਾ ਕੀਤਾ ਜੋ ਮੈਂ ਕਦੇ ਨਹੀਂ ਭੁੱਲਾਂਗਾ। ਜਹਾਜ਼ ਤੇ ਜੈਟੀ ਵਿਚਕਾਰ 5-7 ਫੁੱਟ ਦਾ ਪਾੜ ਸੀ। ਪਾੜ ਹੁੰਦਾ ਵਿੱਥ, ਦੋਨਾਂ ਦੇ ਵਿਚਕਾਰ ਜੋ ਡਿਸਟੈਂਸ ਸੀ, ਤੇ ਦਰਿਆ ਹੁਗਲੀ ਛਾਂ-ਛਾਂ ਕਰਦਾ ਵਗ ਰਿਹਾ ਸੀ। ਕਿਹੜਾ ਦਰਿਆ ਛਾਂ-ਛਾਂ ਕਰ ਰਿਹਾ ਸੀ? ਹੁਗਲੀ। ਅੰਡਰਲਾਈਨ ਕਰ ਲਓ ਸਾਰੇ ਬੱਚੇ। ਪਿਤਾ ਜੀ ਨੇ 2 ਕੁ ਕਦਮ ਪਿਛਾਂਹ ਹਟ ਕੇ ਛਾਲ ਮਾਰੀ ਤੇ ਜਹਾਜ਼ ਦੇ ਜੰਗਲੇ ਨਾਲ ਮੋਤੀ ਸਮੇਤ ਆਣ ਚੁੰਬੜੇ। ਪੰਜਾਬੀ ਬੰਦੇ ਦਾ ਇਹ ਕਾਰਨਾਮਾ ਕਈ ਬੰਗਾਲੀ ਲੋਕ ਹੈਰਾਨੀ ਨਾਲ ਦੇਖ ਰਹੇ ਸਨ। ਅਚਾਨਕ ਉੱਪਰਲੀਆਂ ਪੌੜੀਆਂ ਤੋਂ ਇੱਕ ਮੇਮ ਉਤਰੀ ਤੇ ਪਿਤਾ ਜੀ ਨੂੰ ਆਪਣੀ ਬੋਲੀ ਵਿੱਚ ਕਹਿਣ ਲੱਗੀ, ਤੁਸੀਂ ਬੜੇ ਬਹਾਦਰ ਹੋ। ਤੁਸੀਂ ਇਸ ਕੁੱਤੇ ਪਿੱਛੇ ਇੰਨਾ ਖਤਰਾ ਮੁੱਲ ਕਿਉਂ ਲਿਆ? ਕਹਿੰਦੇ ਕਿ ਇਸ ਤਰ੍ਹਾਂ ਦੀ ਪਿਤਾ ਦੀ ਬਹਾਦਰੀ ਨੂੰ ਦੇਖ ਕੇ ਇੱਕ ਮੇਮ ਨੀਚੇ ਆਈ ਤੇ ਆ ਕੇ ਪਿਤਾ ਜੀ ਨੂੰ ਦੀ ਪ੍ਰਸ਼ੰਸਾ ਕਰਦੀ ਹੋਈ ਬੋਲੀ ਕਿ ਤੁਸੀਂ ਬਹੁਤ ਬਹਾਦਰ ਹੋ, ਪਰ ਇੱਕ ਕੁੱਤੇ ਪਿੱਛੇ ਤੁਸੀਂ ਆਪਣੀ ਜਾਨ ਖਤਰੇ ਵਿੱਚ ਕਿਉਂ ਪਾਈ? ਮੇਮ ਪਿਤਾ ਜੀ ਦੇ ਵਾਕਫ ਮਿਲ ਮੈਨੇਜਰ ਦੀ ਵਹੁਟੀ ਸੀ। ਅੰਡਰਲਾਈਨ ਕਰੋ, ਮੇਮ ਕੌਣ ਸੀ? ਮਿਲ ਮੈਨੇਜਰ ਦੀ ਵਹੁਟੀ, ਤੇ ਜਾਣਦੀ ਸੀ ਕਿ ਪਿਤਾ ਜੀ ਤਰਨਾ ਨਹੀਂ ਜਾਣਦੇ ਸਨ। ਪਿਤਾ ਜੀ ਨੇ ਉੱਤਰ ਦਿੱਤਾ, ਇਹ ਮੇਰਾ ਬੱਚਾ ਇਸ ਕੁੱਤੇ ਨੂੰ ਬਹੁਤ ਪਿਆਰ ਕਰਦਾ ਹੈ ਤੇ ਮੈਂ ਵੀ ਇਸ ਨੂੰ ਆਪਣੇ ਬੱਚੇ ਵਾਂਗ ਹੀ ਪਿਆਰ ਕਰਦਾ ਹਾਂ। ਮੇਮ ਨੇ ਮੇਰੇ ਵੱਲ ਦੇਖਿਆ ਤੇ ਕਹਿਣ ਲੱਗੀ, ਤਾਂ ਇਹ ਤੁਹਾਡਾ ਬੱਚਾ ਹੈ। ਉਸਨੇ ਮੇਰੀ ਖੱਬੀ ਗੱਲ ਨੂੰ ਥਪਕਿਆ ਤੇ ਇਸ ਤੋਂ ਬਾਅਦ ਮੇਮ ਵੀ ਮੋਤੀ ਦੀ ਮਿੱਤਰ ਬਣ ਗਈ। ਮੋਤੀ ਮੇਰੇ ਹਰ ਮਿੱਤਰ ਦਾ ਝੱਟ ਦੋਸਤ ਬਣ ਜਾਂਦਾ ਸੀ। ਇੱਥੇ ਸਾਨੂੰ ਲੇਖਕ ਨੇ ਦੱਸਿਆ ਹੈ ਕਿ ਜੋ ਵੀ ਲੇਖਕ ਦਾ ਦੋਸਤ ਮਿੱਤਰ ਹੁੰਦਾ ਸੀ, ਮੋਤੀ ਵੀ ਉਸਦਾ ਦੋਸਤ ਮਿੱਤਰ ਛੇਤੀ ਹੀ ਬਣ ਜਾਂਦਾ ਸੀ। ਛੁੱਟੀ ਵਾਲੇ ਦਿਨ ਉਹ ਅਕਸਰ ਸਟੀਮਰ ਤੇ ਪਹੁੰਚਣ ਤੇ ਆਪਣੇ ਬੰਗਲੇ ਦੇ ਬਰਾਂਡੇ ਵਿੱਚ ਮੋਤੀ ਦੀ ਉਡੀਕ ਕਰ ਰਹੀ ਹੁੰਦੀ। ਮੋਤੀ ਪਿੱਛੇ ਮੈਨੂੰ ਆਂਡੇ, ਦੁੱਧ, ਕੇਕ, ਬਿਸਕੁਟ, ਚਾਕਲੇਟ ਤੇ ਸੈਂਡਵਿਚਾਂ ਦਾ ਗੱਫਾ ਮਿਲਿਆ ਕਰਦਾ ਸੀ। ਹੁਣ ਇੱਥੇ ਦੱਸਿਆ ਕਿ ਉਹ ਮੇਮ ਵੀ ਮੋਤੀ ਨੂੰ ਪ੍ਰਾਪਤ ਕਰਨਾ ਚਾਹੁੰਦੀ ਸੀ, ਜਿਸ ਕਰਕੇ ਉਹ ਲੇਖਕ ਨੂੰ ਕਈ ਤਰ੍ਹਾਂ ਦੇ ਖਾਣ ਦੇ ਲਾਲਚ ਦਿੰਦੀ ਸੀ। ਮੇਮ ਕੋਲ 2 ਵੱਡੇ ਕੁੱਤੇ ਹੋਰ ਸਨ। ਮੋਤੀ ਉਹਨਾਂ ਨੂੰ ਕਦੇ ਡਾਹੀ ਨਹੀਂ ਸੀ ਦਿੰਦਾ, ਪਿੱਠ ਨਹੀਂ ਸੀ ਲੱਗਣ ਦਿੰਦਾ। ਗੁਲਾਬ, ਟਿਉਲਪ ਤੇ ਟਮਾਟਰਾਂ ਦੇ ਉੱਤੋਂ ਦੀ ਉਹ ਦੁੱਧ ਚਿੱਟੀਆਂ ਪਰੀਆਂ ਵਾਂਗ ਉੱਡਿਆ ਫਿਰਦਾ। ਵੱਡੇ ਕੁੱਤੇ ਹਫ ਜਾਂਦੇ ਤਾਂ ਉਹਨਾਂ ਨੂੰ ਛੇੜ ਕੇ ਨੱਸਦਾ। ਪਤਾ ਨਹੀਂ ਇਸ ਨਿੱਕੇ ਜਿਹੇ ਕਤੂਰੇ ਵਿੱਚ ਇੰਨੀ ਤਾਕਤ ਕਿੱਥੋਂ ਆ ਗਈ ਸੀ। ਖੁਸ਼ਬੋਦਾਰ ਫੁੱਲਾਂ ਨਾਲ ਖਹਿ ਕੇ ਉਹ ਵੀ ਤੁਰਦਾ ਫਿਰਦਾ, ਫੁੱਲ ਜਾਪਦਾ। ਕਹਿੰਦੇ ਕਿ ਲੇਖਕ ਦੇ ਮੇਮ ਦੇ ਬਗੀਚੇ ਵਿੱਚ ਗੁਲਾਬ, ਟਿਉਲਪ ਤੇ ਟਮਾਟਰਾਂ ਦੇ ਬੂਟੇ ਲੱਗੇ ਹੋਏ ਸਨ। ਵੱਡੇ ਦੋਵੇਂ ਕੁੱਤੇ ਉਹਨਾਂ ਵਿੱਚ ਦੌੜਦੇ ਥੱਕ ਕੇ ਬੈਠ ਜਾਂਦੇ, ਪਰ ਮੋਤੀ ਕਦੇ ਵੀ ਨਾ ਥੱਕਦਾ, ਸਗੋਂ ਉਹਨਾਂ ਨੂੰ ਛੇੜ ਕੇ ਨੱਸਦਾ ਰਹਿੰਦਾ ਸੀ।
ਕਹਿੰਦੇ ਕਿ ਫੁੱਲਾਂ ਵਾਲੇ ਖੁਸ਼ਬੂਦਾਰ ਫੁੱਲਾਂ ਦੇ ਵਿੱਚ ਉਹ ਘੁੰਮਦਾ ਹੋਇਆ ਆਪ ਵੀ ਇੱਕ ਫੁੱਲ ਹੀ ਲੱਗਦਾ ਪ੍ਰਤੀਤ ਹੁੰਦਾ ਸੀ। ਮੈਨੂੰ ਪਤਾ ਹੈ ਮੇਮ ਨੇ ਇੱਕ ਦਿਨ ਮੂੰਹ ਪਾੜ ਕੇ ਪਿਤਾ ਜੀ ਤੋਂ ਇਸ ਕੁੱਤੇ ਦੀ ਮੰਗ ਕੀਤੀ ਸੀ, ਪਰ ਪਿਤਾ ਜੀ ਨੇ ਕੇਵਲ ਇੰਨਾ ਉੱਤਰ ਦਿੱਤਾ ਸੀ ਕਿ ਇਹ ਮੇਰੇ ਬੱਚੇ ਦਾ ਖਿਡੌਣਾ ਹੈ। ਪਤਾ ਨਹੀਂ ਉਹ ਮੇਰਾ ਮਿੱਤਰ ਮਿੱਥੋਂ ਕਿਉਂ ਤੇ ਪਿਤਾ ਜੀ ਤੋਂ ਉਹਨਾਂ ਦਾ ਪੁੱਤਰ ਖੋਣ ਲਈ ਕਿਉਂ ਬੇਚੈਨ ਸੀ। ਪੇਸ਼ ਨਾ ਚਲਦੀ ਦੇਖ ਕੇ ਉਸ ਮੇਰੇ ਤੇ ਮਾਇਆ ਦਾ ਜਾਦੂ ਪਾਉਣਾ ਸ਼ੁਰੂ ਕੀਤਾ। ਅੰਡਰਲਾਈਨ ਕਰੋ ਮੁਹਾਵਰਾ, ਮਾਇਆ ਦਾ ਜਾਦੂ ਪਾਉਣਾ ਮੀਨਸ ਲਾਲਚ ਦੇਣਾ। ਨੋਟ ਦਿਖਾਏ, ਚਮਕਦੇ ਟਣਕਦੇ ਰੁਪਈਆਂ ਦੀ ਢੇਰੀ ਲਾ ਦਿੱਤੀ। ਪਰ ਜਾਂ ਤਾਂ ਮੈਨੂੰ ਰੁਪਈਆਂ ਦੀ ਕੀਮਤ ਦਾ ਪਤਾ ਨਹੀਂ ਸੀ, ਜਾਂ ਬਚਪਨ ਦਾ ਉਹ ਸਮਾਂ ਸੀ ਜਦੋਂ 4 ਰੁਪਈਆਂ ਪਿੱਛੇ ਨਹੀਂ ਸੀ ਵੇਚੇ ਜਾਂਦੇ। ਮੈਂ ਸਾਫ਼ ਨਾ ਕਰ ਦਿੱਤੀ। ਢੇਰ ਚਿਰ ਪਿੱਛੋਂ ਸਾਡੇ ਪੁੱਠੇ ਦਿਨ ਸ਼ੁਰੂ ਹੋ ਚੁੱਕੇ ਸਨ। ਪੁੱਠੇ ਦਿਨ ਆਣੇ, ਬੁਰੇ ਦਿਨ ਆਣੇ। ਪਿਤਾ ਜੀ ਅਸਾਮ ਤੋਂ ਬਿਮਾਰ ਹੋ ਕੇ ਆਏ ਸਨ। ਉਹਨਾਂ ਦੀ ਆਖਰੀ ਚਾਹ ਵਤਨ ਮੁੜਨ ਦੀ ਸੀ। ਚਾਹ ਇੱਛਾ। ਅਸਾਂ ਪੰਜਾਬ ਆਉਣ ਦੀ ਤਿਆਰੀ ਕੀਤੀ ਸੀ। ਸਮਾਨ ਮਕਾਨ ਸਭ ਮਾਤਾ ਜੀ ਨੇ ਵੇਚ ਵੱਟ ਕੇ ਉਧਾਰ ਮੁਕਾ ਦਿੱਤੇ ਸਨ। ਟੈਕਸੀ ਤਿਆਰ ਸੀ। ਪਿਤਾ ਜੀ ਅੱਧ ਬੇਹੋਸ਼ੀ ਹਾਲਤ ਵਿੱਚ ਲੰਮੇ ਪਾਏ ਗਏ। ਮੋਤੀ ਲਾਗੇ ਖੜਾ ਸੀ। ਮੈਂ ਉਸਨੂੰ ਟੈਕਸੀ ਵਿੱਚ ਬਿਠਾਉਣ ਦਾ ਚਾਹਵਾਨ ਸਾਂ, ਜਦ ਮਾਤਾ ਜੀ ਨੇ ਡਰਾਈਵਰ ਨੂੰ ਚੱਲਣ ਦਾ ਹੁਕਮ ਦੇ ਦਿੱਤਾ। ਮੋਤੀ ਦੇ ਹੱਕ ਵਿੱਚ ਅੱਖਾਂ ਰਾਹੀਂ ਕੀਤੀ ਅਪੀਲ ਘੂਰੀ ਨਾਲ ਮਨਜ਼ੂਰ ਹੋਈ। ਕਲਕੱਤਾ ਦੇ ਗਹਿਮਾ-ਗਹਿਮ ਮੀਨਸ ਭੀੜ ਭੜੱਕੇ ਵਾਲੇ ਬਾਜ਼ਾਰਾਂ ਵਿੱਚ ਮੋਤੀ ਇੱਕ ਮੋਟਰ ਨਾਲ ਦੌੜ ਰਿਹਾ ਸੀ। ਹੈਰੀਸਨ ਰੋਡ ਉੱਤੇ ਆ ਕੇ ਮੋਟਰ ਨੇ ਚਾਲ ਫੜੀ ਤੇ ਮੋਤੀ ਉਸਦਾ ਪਿੱਛਾ ਨਾ ਕਰ ਸਕਿਆ। ਅੰਡਰਲਾਈਨ ਕਰੋ, ਕਿਹੜੇ ਰੋਡ ਤੇ ਆ ਕੇ ਗੱਡੀ ਤੇਜ਼ ਹੋ ਗਈ ਸੀ। ਹੈਰੀਸਨ ਰੋਡ। ਸੂਰਦਾਸ ਦਾ ਇਹ ਭਜਨ ਕੀ ਕਦਮ ਆਗੇ ਬੜੇ ਆਗੇ, ਮਨ ਪਾਛੇ ਭਾਗੇ, ਸੁਣ ਕੇ ਅੱਜ ਵੀ ਮੈਨੂੰ ਆਪਣੀ ਉਸ ਵੇਲੇ ਦੀ ਹਾਲਤ ਚੇਤੇ ਆ ਜਾਂਦੀ ਹੈ। ਤੇ ਲੇਖਕ ਦੱਸਦਾ ਹੈ ਕਿ ਸੂਰਦਾਸ ਦਾ ਇੱਕ ਭਜਨ ਹੈ ਕਿ ਕਦਮ ਬੜੇ ਆਗੇ, ਕਿ ਜਦੋਂ ਇਨਸਾਨ ਦੇ ਕਦਮ ਤਾਂ ਅੱਗੇ ਚੱਲਦੇ ਰਹਿੰਦੇ ਹਨ, ਪਰ ਮਨ ਪਿੱਛੇ ਕਿਸੇ ਚੀਜ਼ ਵਿੱਚ ਰਹਿ ਜਾਂਦਾ ਹੈ। ਜਦੋਂ ਮੈਂ ਅੱਜ ਵੀ ਸੁਣਦਾ ਤਾਂ ਮੇਰਾ ਧਿਆਨ ਮੋਤੀ ਵੱਲ ਹੀ ਚਲਿਆ ਜਾਂਦਾ ਹੈ। ਗੱਡੀ ਵੀ ਸੀਟਾਂ ਬੁੱਕ ਸਨ। ਅਸੀਂ ਆਪਣੇ ਡੱਬੇ ਵਿੱਚ ਬੈਠ ਗਏ। 15-20 ਮਿੰਟਾਂ ਬਾਅਦ ਜਦ ਕਿ ਗੱਡੀ ਚੀਕ ਮਾਰ ਕੇ ਤੁਰ ਚੁੱਕੀ ਸੀ, ਮੋਤੀ ਸ਼ੁਦਾਈਆਂ ਵਾਂਗ ਕਿਸੇ ਗੁਆਚੇ ਨੂੰ ਲੱਭਦਾ ਪਲੇਟਫਾਰਮ ਤੇ ਦਾਖਲ ਹੋਇਆ। ਮੇਰੇ ਕੋਲੋਂ ਰਿਹਾ ਨਾ ਗਿਆ। ਮੈਂ ਆਵਾਜ਼ ਦਿੱਤੀ। ਅੰਨ੍ਹੇਵਾਹ ਨੱਠਦਾ ਮੋਤੀ ਡੱਬੇ ਨਾਲ ਆਣ ਮਿਲਿਆ। ਪਲੇਟਫਾਰਮ ਲੰਘ ਚੁੱਕਾ ਸੀ। ਦੌੜ ਲਾਈਨਾਂ ਵਿੱਚ ਸ਼ੁਰੂ ਸੀ। ਮੋਤੀ ਹਲਕਾਏ ਕੁੱਤੇ ਵਾਂਗ ਝੱਗ ਸੁੱਟ ਰਿਹਾ ਸੀ। ਉਹ ਝਈਆਂ ਲੈਂਦਾ ਸੀ। ਮਾਲੂਮ ਹੁੰਦਾ ਸੀ ਕਿ ਉਹ ਇੱਕ ਚੱਕ ਭਰ ਕੇ ਗੱਡੀ ਖੜੀ ਕਰ ਲਵੇਗਾ। ਜਦੋਂ ਲੇਖਕ ਦੱਸਦਾ ਕਿ ਜਦੋਂ ਉਹ ਪੰਜਾਬ ਆਉਣ ਲਈ ਗੱਡੀ ਵਿੱਚ ਬੈਠ ਗਏ ਔਰ ਗੱਡੀ ਚੱਲਣ ਲੱਗੀ ਤਾਂ ਮੋਤੀ ਅਚਾਨਕ ਪਲੇਟਫਾਰਮ ਤੇ ਪਹੁੰਚਿਆ। ਉਹ ਸ਼ੁਦਾਈਆਂ ਵਾਂਗ ਪਲੇਟਫਾਰਮ ਤੇ ਦੌੜ ਰਿਹਾ ਸੀ ਤੇ ਲੇਖਕ ਉਹਨਾਂ ਨੂੰ ਲੱਭ ਰਿਹਾ ਸੀ। ਅਚਾਨਕ ਲੇਖਕ ਨੇ ਉਸਨੂੰ ਆਵਾਜ਼ ਮਾਰ ਲਈ। ਮੋਤੀ ਹੋਰ ਤੇਜ਼ ਦੌੜ ਰਿਹਾ ਸੀ ਤੇ ਹਲਕਾਏ ਕੁੱਤੇ ਵਾਂਗ ਗੁੱਸਾ ਕਰ ਰਿਹਾ ਸੀ। ਇਸ ਤਰ੍ਹਾਂ ਮਹਿਸੂਸ ਹੋ ਰਿਹਾ ਸੀ ਕਿ ਉਹ ਦੰਦੀ ਵੱਢ ਕੇ ਗੱਡੀ ਨੂੰ ਖੜੀ ਕਰ ਲਵੇਗਾ। ਝਈਆਂ ਲੈਣਾ, ਗੁੱਸਾ ਕਰਨਾ। ਪਰ ਬੇਰਹਿਮ ਬੇਦਿਲ ਇੰਜਣ ਤੇਜ਼ ਹੋ ਰਿਹਾ ਸੀ। ਮਾਤਾ ਜੀ ਦੀਆਂ ਅੱਖਾਂ ਵਿੱਚੋਂ ਹੰਝੂ ਵਗ ਰਹੇ ਸਨ, ਪਤਾ ਨਹੀਂ ਕਿਉਂ। ਮਾਤਾ ਜੀ ਜੰਜੀਰ ਖਿੱਚ ਕੇ ਗੱਡੀ ਖੜੀ ਨਹੀਂ ਸਨ ਕਰ ਸਕਦੇ। ਸ਼ਾਇਦ ਮਾਤਾ ਜੀ ਨੂੰ ਵਹਿਮ ਹੋ ਚੁੱਕਾ ਸੀ ਕਿ ਪਿਤਾ ਜੀ ਦੀ ਬਿਮਾਰੀ ਦਾ ਕਾਰਨ ਉਹ ਹੈ। ਮੋਤੀ ਦੌੜ ਵਿੱਚ ਅੱਜ ਹਾਰ ਖਾ ਰਿਹਾ ਸੀ। ਮੈਂ ਜਦੋਂ ਉਸ ਤੱਕ ਉਹ ਮਾੜਾ ਜਿਹਾ ਨੁਕਤਾ ਹੋ ਕੇ ਦਿਸਣੋਂ ਨਾ ਹਟਿਆ, ਮੈਂ ਉਸਨੂੰ ਦੇਖਦਾ ਰਿਹਾ। ਨੁਕਤਾ ਧੁੰਦਲਾ ਜਿਹਾ। ਜਦੋਂ ਤੱਕ ਲੇਖਕ ਕਹਿੰਦਾ ਕਿ ਮੋਤੀ ਮੈਨੂੰ ਦੂਰੋਂ ਧੁੰਦਲਾ ਦਿਖਾਈ ਤਾਂ ਦਿੰਦਾ ਰਿਹਾ, ਮੈਂ ਓਨੀ ਦੇਰ ਉਸਨੂੰ ਦੇਖਦਾ ਹੀ ਰਿਹਾ। ਛਾਲ ਮਾਰਨ ਨੂੰ ਜੀ ਨਹੀਂ ਸੀ ਕਰਦਾ, ਕਿਉਂਕਿ ਉਸ ਸਮੇਂ ਲੇਖਕ ਬਚਪਨ ਵਿੱਚ ਸੀ। ਪਿਤਾ ਜੀ ਹੋਸ਼ ਵਿੱਚ ਹੁੰਦੇ ਤਾਂ ਜ਼ਰੂਰ ਉਸਨੂੰ ਫੜ ਲਿਆਉਂਦੇ। ਮਗਰੋਂ ਸਾਨੂੰ ਗੁਆਂਢੀਆਂ ਦੀ ਇੱਕ ਚਿੱਠੀ ਆਈ ਕਿ ਲਗਾਤਾਰ 1 ਮਹੀਨਾ ਮੋਤੀ ਸਾਡੇ ਵੇਚੇ ਹੋਏ ਘਰ ਦੇ ਸਾਹਮਣੇ ਆ ਕੇ ਬੈਠਾ ਰਿਹਾ ਸੀ। ਦਿਨ ਰਾਤ 1 ਘੰਟਾ ਵਿੱਚੋਂ ਉਹ ਗਾਇਬ ਰਹਿੰਦਾ ਸੀ। ਕੀ ਪਤਾ ਆਪਣੇ ਮਿੱਤਰ ਨੂੰ ਸਟੇਸ਼ਨ ਤੇ ਦੇਖਣ ਜਾਂਦਾ ਹੋਵੇ। ਇੱਕ ਦਿਨ ਰਾਤੀ ਉਹ ਬੜਾ ਰੋਇਆ।
खबरे ओह रात मेरे पिता जी दे संसार त्यागण दी रात सी। संसार त्यागना अंडरलाइन कर लो, मर जाना, देहांत हो जाना। ਤੇ ਫਿਰ ਉਸਨੂੰ ਕਿਸੇ ਨੇ ਨਹੀਂ ਸੀ ਦੇਖਿਆ। ਹੁਣ ਵੀ ਮੋਤੀ ਦਾ ਖਿਆਲ ਮੈਨੂੰ ਬੰਗਾਲ ਵੱਲ ਖਿੱਚਦਾ ਰਹਿੰਦਾ ਹੈ। ਇਸ ਤਰ੍ਹਾਂ ਲੇਖਕ ਨੇ ਇਹਦੇ ਵਿੱਚ ਦੱਸਿਆ ਹੈ ਕਿ ਕਿਸ ਤਰ੍ਹਾਂ ਉਹਨਾਂ ਨੂੰ ਮਜਬੂਰੀ ਵਿੱਚ ਮੋਤੀ ਨੂੰ ਉੱਥੇ ਛੱਡ ਕੇ ਆਉਣਾ ਪਿਆ, ਪਰ ਮੋਤੀ ਨੇ ਉਹਨਾਂ ਦੇ ਉੱਥੇ ਜਾਣ ਤੋਂ ਬਾਅਦ ਵੀ ਵਫ਼ਾਦਾਰੀ ਨਿਭਾਈ। 1 ਮਹੀਨਾ ਉਹਨਾਂ ਦੇ ਘਰ ਦੇ ਬਾਹਰ ਬੈਠਾ ਰਿਹਾ ਤੇ ਜਿਸ ਦਿਨ ਲੇਖਕ ਦੇ ਪਿਤਾ ਇਸ ਸੰਸਾਰ ਤੋਂ ਚਲੇ ਗਏ ਉਸ ਦਿਨ ਉਹ ਬਹੁਤ ਰੋਇਆ ਸੀ। ਅੱਜ ਵੀ ਲੇਖਕ ਉਸ ਨੂੰ ਬਹੁਤ ਯਾਦ ਕਰਦਾ ਹੈ। ਇਹ ਸੀ ਆਪਣਾ ਪਾਠ ਬੱਚਿਓ, ਜੋ ਕਿ ਆਪਾਂ ਨੇ ਰੀਡ ਕੀਤਾ। ਹੁਣ ਆਪਾਂ ਨਾਲ ਹੀ ਇਹਦੀ ਬੈਕ ਐਕਸਰਸਾਈਜ਼ ਵੀ ਡਿਸਕਸ ਕਰਾਂਗੇ। ਪਹਿਲਾਂ ਆਪਾਂ ਤੁਹਾਨੂੰ ਵਰਕਸ਼ੀਟ ਸੈਂਡ ਕਰਦੇ ਸੀ, ਹੁਣ ਇਸ ਤਰ੍ਹਾਂ ਨਹੀਂ ਹੋਵੇਗਾ। ਜੋ ਸਾਡੀ ਇਹ ਬੈਕ ਐਕਸਰਸਾਈਜ਼ ਦਿੱਤੀ ਆ, ਇਹ ਜਿਸ ਤਰ੍ਹਾਂ ਕਲਾਸਾਂ ਦੇ ਵਿੱਚ ਆਪਾਂ ਡਿਸਕਸ ਕਰਦੇ ਸੀ, ਉਸੇ ਤਰ੍ਹਾਂ ਇੱਥੇ ਤੁਹਾਡੇ ਨਾਲ ਡਿਸਕਸ ਕੀਤੀ ਜਾਏਗੀ। ਤੁਸੀਂ ਸਾਰਿਆਂ ਨੇ ਕੁਐਸਚਨ ਆਨਸਰ ਆਪਣੀਆਂ ਨੋਟਬੁੱਕਸ ਦੇ ਵਿੱਚ ਲਿਖਣੇ ਹਨ ਤੇ ਜਿਸ ਦਿਨ ਤੁਹਾਡੀ ਦਿਨ ਸਬਮਿਸ਼ਨ ਦਾ ਦਿਨ ਹੋਏਗਾ, ਤੁਸੀਂ ਉਸ ਦਿਨ ਆਪਣੀਆਂ ਨੋਟਬੁੱਕ ਸਕੂਲ ਦੇ ਵਿੱਚ ਚੈਕਿੰਗ ਦੇ ਲਈ ਸਬਮਿਟ ਕਰਕੇ ਜਾਣੀਆਂ ਹਨ। ਸੋ ਤੁਸੀਂ ਸਾਰਿਆਂ ਨੇ ਕੋਈ 5 ਕੁਐਸਚਨ MCQ ਲੱਭ ਕੇ ਆਪਣੀਆਂ ਕਾਪੀਆਂ ਦੇ ਵਿੱਚ ਲਿਖਣੇ ਹਨ ਤੇ ਨਾਲ ਹੀ ਇਹ 2 ਨੰਬਰ ਵਾਲੇ ਅਭਿਆਸ ਵਾਲੇ ਪ੍ਰਸ਼ਨ। ਪਹਿਲਾ ਹੈ ਇਹਦੇ ਵਿੱਚ, ਇਸ ਕਹਾਣੀ ਵਿਚਲੇ ਲੜਕੇ ਨੂੰ ਮੋਤੀ ਕਿੱਥੋਂ ਤੇ ਕਿਵੇਂ ਮਿਲਿਆ। ਇਸ ਕਹਾਣੀ ਵਿਚਲੇ ਲੜਕੇ ਨੂੰ ਮੋਤੀ ਉਸਦੇ ਪਿਤਾ ਦੇ ਦੋਸਤ ਪਰਸ਼ੋਤਮ ਬਾਬੂ ਦੇ ਘਰੋਂ ਮਿਲਿਆ, ਜਦੋਂ ਉਹ ਆਪਣੇ ਪਿਤਾ ਦੇ ਨਾਲ ਉਹਨਾਂ ਨੂੰ ਮਿਲਣ ਉਹਨਾਂ ਦੇ ਘਰ ਗਿਆ ਹੋਇਆ ਸੀ। ਸਭ ਨੂੰ ਆਨਸਰ ਕਲੀਅਰ ਹੋ ਗਿਆ। ਅਗਲਾ ਕੁਐਸਚਨ ਹੈ, ਮੋਤੀ ਹੈਰਾਨ ਕਿਉਂ ਸੀ। ਮੋਤੀ ਹੈਰਾਨ ਇਸ ਲਈ ਸੀ ਕਿਉਂਕਿ ਮੋਤੀ ਮੈਂ ਜਦੋਂ ਲੇਖਕ ਮੋਤੀ ਨੂੰ ਆਪਣੇ ਨਾਲ ਆਪਣੇ ਘਰ ਲੈ ਕੇ ਜਾ ਰਿਹਾ ਸੀ ਤਾਂ ਮੋਤੀ ਸੋਚ ਰਿਹਾ ਸੀ ਕਿ ਜਿਸ ਬੱਚੇ ਨਾਲ ਮੈਂ ਥੋੜੀ ਦੇਰ ਲਈ ਪਿਆਰ ਪਾ ਕੇ ਖੇਡਿਆ ਸੀ, ਹੁਣ ਸਾਰੀ ਜ਼ਿੰਦਗੀ ਮੈਨੂੰ ਉਸਦੀ ਗੁਲਾਮੀ ਕਰਨੀ ਪਵੇਗੀ। ਮੋਤੀ ਕਾਰਨ ਲੜਕੇ ਨਾਲ ਸਕੂਲ ਵਿੱਚ ਕਿਹੜੀ ਘਟਨਾ ਵਾਪਰੀ। ਮੋਤੀ ਕਾਰਨ ਲੜਕੇ ਨਾਲ ਸਕੂਲ ਦੇ ਵਿੱਚ ਇਹ ਘਟਨਾ ਵਾਪਰੀ ਕਿ ਇੱਕ ਦਿਨ ਮੋਤੀ ਲੇਖਕ ਦੇ ਨਾਲ ਉਸਦੇ ਸਕੂਲ ਵਿੱਚ ਚਲਾ ਗਿਆ ਤੇ ਜਦੋਂ ਉਸਨੂੰ ਮਾਸਟਰ ਜੀ ਨੇ ਦੇਖਿਆ ਤੇ ਉਹਨਾਂ ਨੇ ਗੁੱਸੇ ਵਿੱਚ ਆ ਕੇ ਮੋਤੀ ਨੂੰ ਲੇਖਕ ਨੂੰ ਘਰ ਛੱਡ ਕੇ ਆਉਣ ਲਈ ਕਿਹਾ ਤੇ ਵਾਪਸ ਜਾਣ ਤੇ ਲੇਖਕ ਨੂੰ ਮਾਸਟਰ ਵੱਲੋਂ ਚਪੇੜਾਂ ਦੀ ਮਾਰ ਵੀ ਖਾਣੀ ਪਈ ਸੀ, ਜਿਸ ਨੂੰ ਲੇਖਕ ਅੱਜ ਤੱਕ ਵੀ ਯਾਦ ਕਰਦਾ ਹੈ। ਅਗਲੇ ਸੱਸਾ ਹੈ ਬੇਟਾ ਜੀ ਕੁਐਸਚਨ, ਮੋਤੀ ਵਿੱਚ ਕਿਹੜੇ ਕਿਹੜੇ ਗੁਣ ਸਨ। ਲੇਖਕ ਅਨੁਸਾਰ ਮੋਤੀ ਵਿੱਚ ਬਹੁਤ ਸਾਰੇ ਗੁਣ ਸਨ। ਉਹ ਜਲਦੀ ਹੀ ਹਰ ਇੱਕ ਨਾਲ ਘੁਲ ਮਿਲ ਜਾਂਦਾ ਸੀ ਤੇ ਛੇਤੀ ਹੀ ਸਾਰਿਆਂ ਦਾ ਮਿੱਤਰ ਬਣ ਜਾਂਦਾ ਸੀ। ਉਹ ਲੇਖਕ ਦੇ ਘਰ ਦੀ ਰਾਖੀ ਕਰਦਾ ਸੀ, ਦੂਰ ਸੁੱਟੀ ਹੋਈ ਚੀਜ਼ ਨੂੰ ਚੁੱਕ ਲਿਆਉਂਦਾ ਸੀ, ਸਿਟ ਡਾਊਨ ਕਹਿਣ ਤੇ ਕੰਗਾਰੂ ਵਾਂਗ ਬੈਠ ਜਾਂਦਾ ਸੀ ਤੇ ਹਨੇਰੀਆਂ ਰਾਤਾਂ ਵਿੱਚ ਲੇਖਕ ਦੇ ਪਿਤਾ ਵਾਸਤੇ ਮੂੰਹ ਵਿੱਚ ਸੋਟੀ ਪਾ ਕੇ 2 ਲਾਲਟੈਨ ਲਗਾ ਕੇ ਚਾਨਣ ਕਰਨ ਦਾ ਕੰਮ ਵੀ ਕਰਦਾ ਸੀ। ਲੜਕੇ ਨੂੰ ਮੇਮ ਵੱਲੋਂ ਕਿਹੜੀਆਂ ਚੀਜ਼ਾਂ ਦੇ ਗੱਫੇ ਮਿਲਦੇ ਸਨ ਤੇ ਕਿਉਂ। ਲੜਕੇ ਨੂੰ ਮੇਮ ਵੱਲੋਂ ਆਂਡੇ, ਦੁੱਧ, ਕੇਕ, ਬਿਸਕੁਟ, ਚਾਕਲੇਟ ਤੇ ਸੈਂਡਵਿਚਾਂ ਦੇ ਗੱਫੇ ਮਿਲਿਆ ਕਰਦੇ ਸਨ ਕਿਉਂਕਿ ਉਹ ਮੇਮ ਮੋਤੀ ਨੂੰ ਪ੍ਰਾਪਤ ਕਰਨਾ ਚਾਹੁੰਦੀ ਸੀ। ਮੇਮ ਦੀਆਂ ਕਿਆਰੀਆਂ ਵਿੱਚ ਕਿਹੜੇ ਕਿਹੜੇ ਫੁੱਲ ਖਿੜੇ ਹੋਏ ਸੀ। ਮੇਮ ਦੀਆਂ ਕਿਆਰੀਆਂ ਵਿੱਚ ਗੁਲਾਬ, ਟਿਊਲਿਪ ਤੇ ਟਮਾਟਰਾਂ ਦੇ ਬੂਟਿਆਂ ਉੱਤੇ ਫੁੱਲ ਖਿੜੇ ਹੋਏ ਸਨ। ਦੱਸੋ ਮੋਤੀ ਦਾ ਸੁਭਾਅ ਕਿਹੋ ਜਿਹਾ ਸੀ। ਲੇਖਕ ਅਨੁਸਾਰ ਇਸ ਪਾਠ ਵਿੱਚ ਮੋਤੀ ਦਾ ਸੁਭਾਅ ਬਹੁਤ ਵਧੀਆ ਸੀ। ਉਹ ਜਲਦੀ ਹੀ ਸਭ ਨਾਲ ਘੁਲ ਮਿਲ ਜਾਂਦਾ ਸੀ ਤੇ ਹਮੇਸ਼ਾ ਹੀ ਦੂਜਿਆਂ ਦੀ ਮਦਦ ਵੀ ਕਰਦਾ ਸੀ। ਮੋਤੀ ਬਹੁਤ ਬਹਾਦਰ ਸੀ ਤੇ ਕਦੇ ਵੀ ਥੱਕਦਾ ਨਹੀਂ ਸੀ। ਉਸ ਦਾ ਲੇਖਕ ਤੇ ਉਸਦੇ ਪਰਿਵਾਰ ਨਾਲ ਬਹੁਤ ਪਿਆਰ ਹੋ ਗਿਆ ਸੀ, ਜਿਸ ਕਰਕੇ ਉਹਨਾਂ ਦੇ ਉੱਥੇ ਜਾਣ ਤੋਂ ਬਾਅਦ ਵੀ 1 ਮਹੀਨੇ ਤੱਕ ਉਹਨਾਂ ਦੇ ਘਰ ਦੇ ਬਾਹਰ ਉਹ ਬੈਠਾ ਰਿਹਾ ਸੀ। ਇਹ ਸੀਗੇ ਤੁਹਾਡੇ ਕੁਐਸਚਨ ਬੱਚਿਓ। ਤੁਸੀਂ ਲੈਸਨ ਨੂੰ ਪੜ੍ਹ ਕੇ ਆਪਣੇ ਸ਼ਬਦਾਂ ਵਿੱਚ ਇਹਨਾਂ ਪ੍ਰਸ਼ਨਾਂ ਦੇ ਉੱਤਰ ਲਿਖਣੇ ਹਨ। ਹੁਣ ਤੁਹਾਨੂੰ ਦੱਸ ਦਈਏ ਤੁਸੀਂ ਕੀ ਕੀ ਲਿਖਣਾ ਹੈ।
ਨੰਬਰ 1 ਤੇ ਛੋਟੇ 5 MCQ, ਫਿਰ ਅਭਿਆਸ ਵਾਲੇ ਉੜੇ ਤੋਂ ਖੱਖੇ ਤੱਕ ਕੁਐਸਚਨ 2 ਨੰਬਰ ਵਾਲੇ, ਪਲੱਸ ਜੋ ਤੁਹਾਨੂੰ ਪਾਠ ਪੜ੍ਹਾਉਂਦੇ ਸਮੇਂ ਮੈਂ ਮੁਹਾਵਰੇ ਅੰਡਰਲਾਈਨ ਕਰਵਾਏ ਹਨ, ਉਹ ਮੁਹਾਵਰੇ ਤੇ ਉਹਨਾਂ ਦੇ ਅਰਥ ਤੁਸੀਂ ਆਪਣੀਆਂ ਨੋਟਬੁੱਕ ਦੇ ਵਿੱਚ ਲਿਖਣੇ ਹਨ। ਸੋ ਸਾਰੇ ਬੱਚਿਆਂ ਨੇ ਸਿਲੇਬਸ ਵੀ ਲਿਖਣਾ ਹੈ ਤੇ ਆਪਣਾ ਇਹ ਕੰਮ ਵੀ ਕਰਨਾ ਹੈ।